राम रहीम पुराण कुरान अनेक कहें मत एक न मनिया। सिमरत शास्त्र वेद सबे बहु भेद कहें हम एक न जानिया। श्री असपान कृपा तुमरी कर मैं न कहो सब तो है बखानिया। दोहरा सगल द्वार को छाड़ के कहो तुहारो द्वार। बाहें गए की लाज अस गोविंद दास तुहार। काम क्रोध लोभ झूठ निंदा इनते आप छुड़ावह। ये भीतर ते इनको डारह आपन निकट बुलावह। अपनी भेद आप जनावह। ਧੰਨ ਧੰਨ ਮਹਾਂਪੁਰਖ ਬਾਬਾ ਪ੍ਰੇਮ ਸਿੰਘ ਜੀ ਭੂਰੀ ਵਾਲੇ, ਜਿਨ੍ਹਾਂ ਦੇ ਦਰ ਸਥਾਨਾਂ 'ਤੇ ਸਤਿਗੁਰੂ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੈਸਾ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੈਸਾ। ਅਥਵਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਸੇਵਕ ਆਪਣੇ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੁੰਦਾ ਹੈ ਤੇ ਗੁਰੂ ਦੀ ਸਮਝੋ ਬਹੁਤ ਵੱਡੀ ਰਹਿਮਤ ਹੁੰਦੀ ਹੈ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਦਾ ਸਦਕਾ ਗੁਰੂ ਪਿਆਰੇ ਸਾਧ ਸੰਗਤ ਭਲੀ ਪ੍ਰਕਾਰ ਜਾਣਦੇ ਹੋ, ਸਰਵਣ ਕੀਤਾ ਹੈ ਕਿ ਪਿਛਲਾ ਸਮਾਂ ਪਰਮੇਸ਼ਰ ਦੀ ਆਗਿਆ ਅਨੁਸਾਰ ਸੁਖ ਸ਼ਾਂਤੀ ਨਾਲ ਬਤੀਤ ਹੋਇਆ। ਮਹਾਰਾਜ ਕਿਰਪਾ ਕਰਨ ਇਹ ਸਮਾਂ ਮਹੀਨਾ ਤੇ ਆਉਣ ਵਾਲਾ ਜੋ ਵਕਤ ਸਾਰਾ ਸਤਿਗੁਰੂ ਜੀ ਸਰਬੱਤ ਦਾ ਲਾਹੇਵੰਦ ਕਰਨ, ਆਪਦੇ ਚਰਨਾਂ ਦਾ ਪ੍ਰੇਮ ਗੁਰਸਿੱਖੀ ਜੀਵਨ ਬਖਸ਼ਣਾ। ਗੁਰੂ ਪਿਆਰੀ ਸਾਧ ਸੰਗਤ ਜੋ ਹੁਕਮ ਹੋਇਆ ਹੈ ਅੱਜ ਦੇ ਇਸ ਦਿਹਾੜੇ ਦੇ ਸੰਬੰਧ ਦੇ ਨਾਲ ਜੋ ਸਤਿਗੁਰੂ ਜੀ ਰਹਿਮਤ ਬਖਸ਼ਿਸ਼ ਕਰਨੇ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ ਕਿ ਕੁਝ ਕਹਿਣ ਦਾ, ਸੁਣਨ ਦਾ, ਮੰਨਣ ਦਾ, ਇਹਦੇ ਅਨੁਸਾਰ ਚੱਲਣ ਦਾ ਸਤਿਗੁਰੂ ਜੀ ਬਲ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਕੀ ਸਾਧ ਸੰਗਤ, ਇਹ ਜੋ ਮਹੀਨਾ ਆਪ ਜੀ ਨੇ ਸਰਵਣ ਕੀਤਾ ਹੈ ਕੱਤਕ, ਆਮ ਆਪਾਂ ਕੱਤੇ ਕਹਿ ਦਿੰਦੇ ਹਾਂ, ਇੱਕ ਭਾਸ਼ਾ ਵਿੱਚ ਕਾਰਤਕ ਵੀ ਕਿਹਾ ਗਿਆ ਹੈ। ਸੋ ਕਹਿਣ ਦਾ ਭਾਵ ਆਪ ਜੀ ਨੇ ਅੱਗੇ ਵੀ ਬੇਨਤੀਆਂ ਸਰਵਣ ਕੀਤੀਆਂ ਹਨ, ਸੰਗਤਾਂ ਜਾਣਦੀਆਂ ਹੋ। ਪਰ ਮਹਾਰਾਜ ਦਾ ਜਸ ਜਿਹੜਾ ਹੈ ਇਹ ਸਦਾ ਹੀ ਨਵਾਂ ਹੈ, ਕਦੇ ਪੁਰਾਣਾ ਨਹੀਂ ਹੁੰਦਾ। ਉਹੀ ਬਾਣੀ, ਉਹੀ ਜੋ ਮਹਾਰਾਜ ਦੇ ਬਚਨ ਹਨ ਉਹਨਾਂ ਨੂੰ ਬਾਰ-ਬਾਰ ਸੁਣੋ ਅਤੇ ਉਹਨਾਂ ਦੇ ਵਿੱਚੋਂ ਹੀ ਕੋਈ ਨਾ ਕੁਝ ਹੋਰ ਅਨੇਕ ਭੇਦ ਲੱਭ ਜਾਂਦੇ ਹਨ। ਸਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਇਸ ਪ੍ਰਕਾਰ ਜੋ ਇਹਦੇ ਬਾਰੇ ਪਤਾ ਲੱਗਦਾ ਹੈ ਕਿ ਕੱਤਕ ਇਸ ਮਹੀਨੇ ਦਾ ਨਾਂ ਤਾਂ ਰੱਖਿਆ ਗਿਆ ਹੈ ਕਿ ਜੀਵ ਜੋ ਆ ਕੇ ਸੰਸਾਰ 'ਤੇ ਕਰਮ ਕਰਦਾ ਹੈ ਅਤੇ ਕਰਮ ਜਿਹੜੇ ਹਨ ਇਹ ਇਵੇਂ ਹੈ ਜਿਵੇਂ ਇੱਕ ਲੜਕੀ ਆਪਣੇ ਸਹੁਰੇ ਜਾਣ ਤੋਂ ਪਹਿਲਾਂ ਆਪਣਾ ਦਾਜ ਤਿਆਰ ਕਰਦੀ ਹੈ ਅਤੇ ਉਹਦੇ ਵਾਸਤੇ ਇਹਨੂੰ ਪਹਿਲਾਂ ਸਾਰਾ ਯਤਨ ਕਰਨਾ ਪੈਂਦਾ ਹੈ, ਸਿੱਖਣਾ ਪੈਂਦਾ ਹੈ, ਪੁੱਛਣਾ ਪੈਂਦਾ ਹੈ ਅਤੇ ਆਪ ਫਿਰ ਉਹ ਸੁਚੱਜੇ ਢੰਗ ਦੇ ਨਾਲ ਉਹ ਸਾਰੀ ਵਸਤੂ ਤਿਆਰ ਕਰਕੇ ਜਾਣ ਲੱਗਿਆਂ ਸੋਭਾ ਦੇ ਨਾਲ ਆਪਣੇ ਘਰ ਨੂੰ ਤੁਰਦੀ ਹੈ ਅਤੇ ਉੱਥੇ ਵੀ ਜਾ ਕੇ ਸੋਭਾ ਖੱਟਦੀ ਹੈ। ਅਤੇ ਮਹਾਰਾਜ ਜੀ ਕਥਨ ਕਰਦੇ ਇਸ ਕਰਕੇ ਹੇ ਜੀਵ ਤੂੰ ਜੇ ਸੰਸਾਰ 'ਤੇ ਆਇਆ ਹੈ ਅਤੇ ਤੂੰ ਹੀ ਚੰਗੇ ਕਰਮਾਂ ਨੂੰ ਕਰਨਾ ਕਰ, ਭਾਵ ਚੰਗੇ ਕਰਮਾਂ ਦਾ ਸੂਦ ਕੱਤਣਾ ਕਰ। ਜਿਵੇਂ ਬਾਬਾ ਬੁੱਲ੍ਹਾ ਜੀ ਨੇ ਕਿਹਾ ਹੈ ਕਰ ਕੱਤਣ ਵੱਲ ਧਿਆਨ ਕੁੜੇ। ਆਪਣੀ ਨਿਮਾਣੀ ਜ਼ਿੰਦੜੀ ਨੂੰ ਉਹਨਾਂ ਨੇ ਇਹ ਸਮਝਾਉਣ ਵਾਸਤੇ ਐਸੇ ਬਚਨ ਉਚਾਰੇ ਹਨ। ਮਹਾਂਪੁਰਖਾਂ ਦਾ ਬੋਲਣਾ ਹੋਵੇ ਕਿਤੇ ਪ੍ਰਥਾਏ, ਐਵੇਂ ਵਿਅਰਥ ਨਹੀਂ ਹੁੰਦੇ, ਉਹਦਾ ਕੋਈ ਭਾਵ ਅਰਥ ਹੁੰਦਾ ਹੈ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਹੇ ਜੀਵ ਤੂੰ ਚੰਗੇ ਕਰਮਾਂ ਦਾ ਸੂਦ ਕਤਨਾ ਕਰ, ਇਹ ਕੱਤਕ ਮਹੀਨਾ ਤੇਰਾ ਤਾਂ ਸਫਲ ਹੈ। ਤੇ ਜੇ ਤੂੰ ਆਪਣੇ ਕਰਮ ਚੰਗੇ ਨਹੀਂ ਕੀਤੇ ਤੇ ਜਿਹੜਾ ਕਿਸੇ ਨੂੰ ਦੋਸ਼ ਦੇਣਾ, ਕਿਸੇ ਵਾਰ ਨੂੰ, ਕਿਸੇ ਮਹੀਨੇ ਨੂੰ, ਕਿਸੇ ਮਨੁੱਖ ਨੂੰ, ਇਹ ਤੂੰ ਹੋਰ ਗੁਨਾਹਗਾਰ ਬਣਦਾ। ਅੱਗੇ ਤੇ ਪਤਾ ਨਹੀਂ ਕੋਈ ਕੀ ਕਰਮ ਹੁੰਦਾ ਜਿਹਦਾ ਕਰਕੇ ਦੁੱਖ ਮਿਲਦਾ ਹੈ। ਤੇ ਜਦੋਂ ਮਨੁੱਖ ਦੂਜਿਆਂ ਦਾ ਨਾਂ ਲਾ ਦਿੰਦਾ, ਪਤਾ ਨਹੀਂ ਕਿਹਨੇ ਕੀ ਕਰ ਦਿੱਤਾ, ਕੀ ਮੇਰੇ ਨਾਲ ਹੋ ਗਿਆ। ਸਤਿਗੁਰੂ ਜੀ ਕਹਿੰਦੇ, ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜ ਨਾ। ਇਸ ਪ੍ਰਕਾਰ ਵਚਨ ਆਉਂਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਇਸ ਕਰਕੇ ਭਾਈ ਉਹ ਪਰਮੇਸ਼ਰ ਦੇ ਅੱਗੇ ਬੇਨਤੀ ਕਰ, ਮਹਾਰਾਜ ਪਿੱਛੇ ਕਰਮ ਸਾਡੇ ਕੋਲੋਂ ਕੋਈ ਸਹੀ ਨਹੀਂ ਹੋ ਸਕੇ, ਹੁਣ ਤੇਰੀ ਸ਼ਰਨ ਵਿੱਚ ਆਏ ਹਾਂ, ਤੂੰ ਆਇਆਂ ਦੀ ਲਾਜ ਰੱਖ, ਬਾਂਹ ਫੜਨਾ ਕਰ ਤੇ ਸਾਨੂੰ ਸ਼ੁਭ ਰਸਤੇ ਲਾ ਕੇ ਤੋਰ ਕੇ ਚੰਗੇ ਕਰਮ ਜਿਹੜੇ ਕਰਵਾ, ਤਾਂ ਕਿ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਇਹ ਕਾਰਜ ਹੋ ਸਕੇ। ਸੋ ਗੁਰੂ ਪਿਆਰੀ ਸਾਧ ਸੰਗਤ, ਇਸ ਪ੍ਰਕਾਰ ਅੱਗੇ ਵੀ ਆਪ ਜੀ ਦੇ ਨਾਲ ਇਹ ਵਿਚਾਰ ਸਾਂਝੀ ਕਰਨ ਦਾ ਗੁਰੂ ਕਿਰਪਾ ਨਾਲ ਯਤਨ ਕੀਤਾ ਜਾਂਦਾ ਹੈ ਕਿ ਕੱਤਕ ਦਾ ਮਹੀਨਾ ਤੇ ਪੋਹ ਦਾ ਮਹੀਨਾ ਜਿਹੜਾ ਸੀ, ਆਮ ਜਿਹੜੇ ਲੋਕ ਅੰਧ ਵਿਸ਼ਵਾਸ ਵਿੱਚ ਰਹਿਣ ਵਾਲੇ ਤੇ ਉਹ ਇਹੋ ਜਿਹੇ ਦੋਸ਼ ਕੱਢ ਦਿੰਦੇ ਆ, ਫਲਾਣਾ ਮਹੀਨਾ ਚੰਗਾ ਨਹੀਂ, ਫਲਾਣਾ ਵਾਰ ਚੰਗਾ ਨਹੀਂ, ਇਹ ਤਾਂ ਗਿਣਤੀ ਬਣਾਈ ਹੈ। ਤੇ ਸਿਆਣਾ ਨੇ ਕਥਨ ਕੀਤਾ ਹੈ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ। ਇਸ ਕਰਕੇ ਇੱਥੋਂ ਤੱਕ ਲੋਕਾਂ ਦੇ ਮਨ ਵਿੱਚ ਵਹਿਮ ਪੈ ਗਿਆ ਕਿ ਜਿਹੜਾ ਇਹਨਾਂ 2 ਮਹੀਨਿਆਂ ਦੇ ਵਿੱਚ ਕੋਈ ਬੱਚਾ ਜਨਮ ਲੈਂਦਾ ਹੈ, ਉਹ ਵੀ ਆਪਣੇ ਪਰਿਵਾਰ ਤੇ ਆਪਣੇ ਸੰਬੰਧੀਆਂ ਤੇ ਬੜਾ ਭਾਰੂ ਹੁੰਦਾ ਹੈ, ਚੰਗਾ ਨਹੀਂ ਹੁੰਦਾ, ਉਹਨੂੰ ਮਾੜਾ ਗਿਣਦੇ ਸਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਭਾਵੇਂ ਕਿ ਸਾਨੂੰ ਕਈ ਤਰ੍ਹਾਂ ਦੇ ਭੁਲੇਖੇ ਪਾਏ ਗਏ ਹਨ, ਨਵੇਂ ਵਿਗਿਆਨੀ ਕਹਿ ਸਕਦੇ ਹਾਂ, ਗਿਆਨੀ ਨਹੀਂ, ਜਿਨ੍ਹਾਂ ਨੇ ਆਪਣੇ ਅਨੁਮਾਨ ਦੇ ਨਾਲ ਕਈ ਕੁਝ ਬਦਲ ਦਿੱਤਾ, ਪਰ ਜੋ ਵੀ ਪੁਰਾਤਨ ਅਸਲ ਲਿਖਤਾਂ ਹਨ ਉਹਦੇ ਅਨੁਸਾਰ ਇਹ ਜਿਹੜੀ ਕੱਤਕ ਦੀ ਪੁੰਨਿਆ ਆਉਂਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਦਿਨ ਅਵਤਾਰ ਧਾਰਨਾ ਕੀਤਾ, ਪਰਮੇਸ਼ਰ ਆਪ ਨਿਰਗੁਣ ਤੋਂ ਸਰਗੁਣ ਰੂਪ ਵਿੱਚ ਆਉਣਾ ਕੀਤਾ ਹੈ। ਤੇ ਗੁਰੂ ਕੀ ਸਾਧ ਸੰਗਤ, ਇੱਕ ਤੇ ਮਹੀਨਾ ਕੱਤੇ ਦਾ, ਦੂਜੀ ਨਾਲ ਇਹ ਘਟਨਾ ਹੈ ਕਿ ਆਮ ਲੋਕਾਂ ਦੇ ਮਨ ਵਿੱਚ ਇਹ ਜ਼ਿਕਰ ਹੁੰਦਾ ਹੈ, ਵਿਚਾਰ ਹੁੰਦੀ ਹੈ ਕਿ ਮੱਸਿਆ ਦੇ ਲਗਭਗ ਬੱਚਾ ਜਿਹੜਾ ਹੈ ਜਨਮ ਲੈਂਦਾ ਹੈ ਤੇ ਪੁੰਨਿਆ ਤੇ ਬੱਚੀ ਜਨਮ ਲੈਂਦੀ ਹੈ। ਸਤਿਗੁਰਾਂ ਨੇ ਸਾਰੇ ਭਰਮ ਤੋੜ ਦਿੱਤੇ ਕਿ ਭਾਈ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਪਰਮੇਸ਼ਰ ਦਾ ਹੁਕਮ ਜਦੋਂ ਹੁੰਦਾ ਹੈ, ਉਹਦੇ ਅਨੁਸਾਰ ਜੋ ਕਰਦਾ ਪਰਮੇਸ਼ਰ ਭਲਾ ਹੀ ਕਰਦਾ ਹੈ। ਇਸ ਪ੍ਰਕਾਰ ਸਤਿਗੁਰਾਂ ਨੇ ਸਾਰੇ ਵਹਿਮ ਭਰਮ ਤੋੜ ਕੇ ਤੇ ਸ਼ੁਭ ਰਸਤੇ ਲਾ ਕੇ ਜੀਵਨ ਨੂੰ ਸ਼ੁਭ ਗਿਆਨ ਬਖਸ਼ਣਾ ਕੀਤਾ ਹੈ। ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ, ਪਹਿਲੇ ਸਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਇਸ ਮਹੀਨੇ ਵਿੱਚ ਪ੍ਰਗਟ ਹੋਏ, ਅਵਤਾਰ ਧਾਰਨਾ ਕੀਤਾ ਤੇ ਪੋਹ ਦੇ ਮਹੀਨੇ ਵਿੱਚ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ 10ਵੇਂ ਜਾਮੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਨੇ ਆਣ ਕੇ ਐਸੀ ਕਿਰਪਾ ਕੀਤੀ, ਪੋਹ ਸੁਦੀ 7ਵੀਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਪਟਨੇ ਸਾਹਿਬ ਦੀ ਧਰਤੀ ਨੂੰ ਭਾਗ ਲਾਉਣਾ ਕੀਤਾ। ਇਸ ਪ੍ਰਕਾਰ ਮਹਾਰਾਜ ਜੀ ਦੱਸ ਰਹੇ ਹਨ ਕਿ ਭਾਈ ਇਹ ਮਹੀਨਾ ਜਿਹੜਾ ਮਾੜਾ ਨਹੀਂ, ਮਨ ਵਿੱਚ ਕੋਈ ਵਹਿਮ ਨਹੀਂ ਕਰਨਾ। ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ। ਉਹ ਮਹੀਨਾ, ਉਹ ਮੂਰਤ, ਉਹ ਸਮਾਂ ਸਫਲ ਹੈ ਜਦੋਂ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਜੀਵ ਦੇ ਉੱਤੇ ਹੋ ਜਾਵੇ। ਉਹਦੇ ਅੱਗੇ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ, ਆਪਣੇ ਨਾਮ ਦਰਸ਼ਨ ਦੀ ਸਾਨੂੰ ਦਾਤ ਬਖਸ਼ਣਾ ਕਰੋ। ਸੋ ਗੁਰੂ ਪਿਆਰੀ ਸਾਧ ਸੰਗਤ, ਆਓ ਜੋ ਅੱਜ ਸਤਿਗੁਰੂ ਜੀ ਫਰਮਾਨ ਕਰਦੇ ਦੇ ਨਾਲ ਜੁੜਨ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਤਕ ਕਰਮ ਕਮਾਵਣ, ਦੋਸ ਨਾ ਕਹੂੰ ਜੋਗਾ। ਸਨਮਾਨਯੋਗ ਗੁਰੂ ਰੂਪ ਸਾਧ ਸੰਗਤ, ਸਤਿਗੁਰਾਂ ਦਾ ਫਰਮਾਨ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ, ਜਿਵੇਂ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਨੇ ਤਖਾਰੀ ਰਾਗ ਵਿੱਚ ਵੀ ਇਹਦੇ ਪ੍ਰਥਾਏ ਉਚਾਰਨ ਕੀਤਾ ਹੈ, ਉਹਦਾ ਖੁਲਾਸਾ, ਉਹਨੂੰ ਉਸ ਭੇਦ ਨੂੰ ਖੋਲ੍ਹ ਕੇ ਸਿਖਾਇਣ ਕਰਕੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਹੋਰ ਪਰਉਪਕਾਰ ਕੀਤਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ
ਇਹ ਜੀਵ ਜਦੋਂ ਸੰਸਾਰ 'ਤੇ ਆਉਂਦਾ ਹੈ, ਜਿਹੋ ਜਿਹੇ ਕਰਮ ਇਹਨੇ ਕਮਾਉਣੇ ਹਨ ਤੇ ਉਹਦੇ ਅਨੁਸਾਰ ਇਹਨੂੰ ਫਲ ਮਿਲਣਾ ਹੈ। ਬੀਜਿਆ ਆਪਣਾ ਜਿਹੜਾ ਉਹਦਾ ਹੀ ਫਲ ਲੱਗਣਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਤੇ ਫਿਰ ਸਤਿਗੁਰੂ ਜੀ ਕਹਿੰਦੇ ਹਨ ਇਸ ਕਰਕੇ ਪਰਮੇਸ਼ਰ ਕੋਲੋਂ ਸ਼ੁਭ ਕਿਰਤ ਕਰਨੀ, ਸ਼ੁਭ ਕਰਮ ਕਰਨ ਦੀ ਦਾਤ ਮੰਗਣਾ ਕਰਨੀ ਚਾਹੀਦੀ ਹਰ ਵੇਲੇ। ਤੇ ਸਤਿਗੁਰੂ ਜੀ ਕਹਿੰਦੇ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਇਹ ਉਹਦੇ ਅੱਗੇ ਆਪਣੇ ਔਗਣ ਬਖਸ਼ਾਉਣ ਵਾਸਤੇ ਬੇਨਤੀ ਕਰਨੀ ਚਾਹੀਦੀ ਹੈ। ਸਾਡੇ ਕੋਲ ਕੋਈ ਵੀ ਗੁਣ ਨਾ ਆਵੇ, ਸਾਨੂੰ ਕੋਈ ਕਹਿ ਦੇਵੇ ਤੇਰੇ ਵਿੱਚ ਆਹ ਗਲਤੀ ਹੈ, ਤੇ ਕਹਿ ਦਿੰਦੇ ਕਿਉਂ ਸਾਨੂੰ ਕਿਹਾ। ਵੇਖੋ ਜਿਹੜੇ ਰੱਬ ਦਾ ਰੂਪ ਸਾਰਿਆਂ ਗੁਣਾਂ ਕਰਕੇ ਭਰਪੂਰ ਹੈ, ਜਿਨ੍ਹਾਂ ਕੋਲ ਬੇਅੰਤ ਤਾਕਤਾਂ ਬਖਸ਼ੀਆਂ ਹਨ, ਤੇ ਉਹ ਕਹਿ ਰਿਹਾ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਤੇ ਇਹ ਨਿਸ਼ਾਨੀ ਹੈ ਜੀਵ ਦੀ, ਜਦੋਂ ਆਪਣੇ ਔਗਣ ਲੱਭਣ ਲੱਗ ਪਵੇ ਸਮਝੋ ਕਿ ਇਹ ਸ਼ੁਭ ਰਸਤੇ ਤੁਰਨ ਦਾ ਇਹਨੇ ਉਦਮ ਕੀਤਾ ਹੈ ਤੇ ਪਰਮੇਸ਼ਰ ਦੀ ਕਿਰਪਾ ਹੈ। ਜਿੰਨਾ ਚਿਰ ਬਗਾਨਿਆਂ ਵੱਲੇ ਧਿਆਨ ਹੈ, ਉਹਨੂੰ ਆਪਣੇ ਆਪ ਦਾ ਜੇ ਕੋਈ ਖਿਆਲ ਨਹੀਂ ਆਇਆ, ਕਿਉਂਕਿ ਦੂਜੇ ਦੇ ਸਿਰ 'ਤੇ ਭਾਰ ਰੱਖਣਾ ਸੌਖਾ ਹੈ, ਜਦੋਂ ਆਪਣੇ 'ਤੇ ਗੱਲ ਆਉਂਦੀ ਹੈ ਫਿਰ ਭਾਰ ਚੁੱਕਣਾ ਔਖਾ ਹੋ ਜਾਂਦਾ, ਜੀਵ ਫਿਰ ਆਸੇ ਪਾਸੇ ਝਾਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੋ ਜਿਹੇ ਕਰਮ ਭਾਈ ਕੀਤੇ ਉਹਦੇ ਅਨੁਸਾਰ ਫਲ ਮਿਲਣਾ ਹੈ, ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਮਹਾਰਾਜ ਜੀ ਕਥਨ ਕਰਦੇ ਹਨ ਪਰਮੇਸ਼ਰ ਜਿਹੜਾ ਪਰਮ ਤੋਂ ਭਾਵ ਪਵਿੱਤਰ, ਪਰੇ ਤੋਂ ਪਰੇ ਈਸ਼ਵਰ। ਈਸ਼ਵਰ ਉਹਦਾ ਨਾਂ ਤਾਂ ਰੱਖਿਆ ਗਿਆ ਹੈ ਜਿਹਨੇ ਸੰਸਾਰ ਦੀ ਰਚਨਾ ਕੀਤੀ ਹੈ। ਇੱਕ ਕਿਰਤਮ ਨਾਮ ਹੈ ਵਾਹਿਗੁਰੂ ਦਾ। ਸੰਸਾਰ ਦੀ ਰਚਨਾ ਕਰਕੇ ਇਹਨੂੰ ਈਸ਼ਵਰ ਈਸ਼ ਆਖਿਆ ਗਿਆ। ਤੇ ਸਤਿਗੁਰੂ ਜੀ ਕਹਿੰਦੇ ਪਵਿੱਤਰ ਤੋਂ ਪਵਿੱਤਰ ਉਹ ਜਿਹੜਾ ਈਸ਼ਵਰ ਹੈ, ਸੰਸਾਰ ਦੀ ਰਚਨਾ ਕਰਨ ਵਾਲਾ। ਤੇ ਜਦੋਂ ਜੀਵਨ ਨੂੰ ਭੁੱਲ ਜਾਂਦਾ ਕਿ ਮੇਰਾ ਮੁੱਢ ਕੌਣ ਹੈ, ਮੈਨੂੰ ਸੰਸਾਰ 'ਤੇ ਭੇਜਿਆ ਕਿਹਨੇ ਹੈ, ਤੇ ਜਦੋਂ ਆਪਣੇ ਪੈਰਾਂ ਵੱਲੇ ਜੀਵ ਨਾ ਵੇਖੇ ਤੇ ਫਿਰ ਠੇਡੇ ਖਾਂਦਾ ਹੈ। ਸੰਸਾਰ ਸਿਆਣਿਆਂ ਦਾ ਕਥਨ ਹੈ ਕਿ ਠੇਡਾ ਤਾਂ ਲੱਗਦਾ ਜਾਂ ਹਨੇਰਾ ਆਵੇ ਤੇ ਜਾਂ ਧਿਆਨ ਪਾਸੇ ਹੋਵੇ। ਚਾਰਨ ਕਰੋ ਸ੍ਰੀ ਵਾਹਿਗੁਰੂ, ਦੋਵਾਂ ਗੱਲਾਂ ਕਰਕੇ ਜੀਵ ਠੋਕਰਾਂ ਖਾਂਦਾ ਹੈ। ਤੇ ਇਸ ਕਰਕੇ ਮਹਾਰਾਜ ਕਥਨ ਕਰਦੇ ਹਨ ਉਸ ਪਰਮੇਸ਼ਰ ਤੋਂ ਭੁੱਲਣ ਕਰਕੇ ਜਿੰਨੇ ਵੀ ਰੋਗ ਹਨ ਆ ਕੇ ਜੀਵ ਨੂੰ ਚੰਬੜ ਜਾਂਦੇ ਹਨ, ਤੇ ਉਹਨਾਂ ਤੋਂ ਛੁੱਟਣਾ ਫਿਰ ਮੁਸ਼ਕਿਲ ਹੋ ਜਾਂਦਾ ਹੈ। ਤੇ ਦੁੱਖ ਜਿਹੜੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੀ ਮਿਲਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਉਹਦੇ ਤੋਂ ਵਿਛੜਨ ਕਰਕੇ ਕੁਝ ਹੋਇਆ ਹੈ, ਉਹਦੇ ਮਿਲਾਪ ਵਾਸਤੇ ਯਤਨ ਕਰੀਏ ਤਾਂ ਇਹ ਕਿਰਪਾ ਹੋਵੇਗੀ। ਹਵੇ ਮੁਖ ਹੋਏ ਰਾਮ ਤੇ ਲੱਗਣ ਜਨਮਾਂ ਵਿਜੋਗ। ਫਿਰ ਸਤਿਗੁਰੂ ਜੀ ਕਹਿੰਦੇ ਉਹ ਜਿਹੜਾ ਰਾਮ ਤੋਂ ਭਾਵ ਹੈ ਸਾਰੇ ਰਮਿਆ ਹੋਇਆ। ਤ੍ਰੇਤੇ ਦੇ ਵਿੱਚ ਰਾਮ ਚੰਦਰ ਜੀ ਅਵਤਾਰ ਵੀ ਆਏ ਹਨ, ਉਹਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਅਸੀਂ ਕਿੰਤੂ ਪਰੰਤੂ ਕਰਦੇ ਹਾਂ, ਪਰ ਨਹੀਂ, ਜੋ ਉਹਨਾਂ ਦੀ ਡਿਊਟੀ ਉਸ ਸਮੇਂ 'ਤੇ ਜਿੰਨੀ ਜ਼ਰੂਰਤ ਸੀ ਉਹਨਾਂ ਉਹ ਕੰਮ ਕੀਤਾ ਜੋ ਵਾਹਿਗੁਰੂ ਦਾ ਹੁਕਮ ਸੀ। ਤੇ ਇਸ ਕਰਕੇ ਇੱਥੇ ਰਾਮ ਉਹ ਕਿਹਾ ਹੈ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ, ਸਾਰਿਆਂ ਵਿੱਚ ਵਸ ਰਿਹਾ ਹੈ, ਨਾ ਕਦੇ ਆਉਂਦਾ ਨਾ ਜਾਂਦਾ, ਉਹ ਹਰ ਥਾਂ 'ਤੇ ਪਹਿਲਾਂ ਹੀ ਵਸਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਵੇਮੁਖ ਤੋਂ ਭਾਵ ਹੁੰਦਾ ਜਦੋਂ ਗੁਰੂ ਵੱਲੋਂ ਮੂੰਹ ਮੋੜ ਲੈਣਾ, ਪਾਸੇ ਹੋ ਜਾਣਾ। ਤੇ ਸਤਿਗੁਰੂ ਜੀ ਕਹਿੰਦੇ ਜੇ ਗੁਰੂ ਵੱਲੋਂ ਹੀ ਟੁੱਟ ਗਿਆ ਤੇ ਭਾਵੇਂ ਕਿੰਨੀਆਂ ਸਫਾਈਆਂ ਰੱਖਦਾ, ਕਿੰਨਾ ਕੁਝ ਕਰਦਾ, ਮੂੰਹ ਫੇਰਿਆ ਹੈ, ਮੂੰਹ ਝੂਠਾ ਹੋਏ, ਤੇ ਉਹ ਸਮਝੋ ਕਿ ਉਹਦਾ ਮੁੱਖ ਜਿਹੜਾ ਹੈ ਬਦਬੋ ਵਾਲਾ, ਦੁਰਗੰਧੀ ਵਾਲਾ ਮੁੱਖ ਆਵਤ ਤਾਂ ਕਿ ਦੁਰਗੰਧ। ਇਸ ਪ੍ਰਕਾਰ ਸਤਿਗੁਰੂ ਜੀ ਕਥਨ ਕਰਦੇ ਹਨ। ਤੇ ਫਿਰ ਐਸੇ ਜਨਮਾਂ ਜਨਮਾਂ ਦਾ ਵਿਛੋੜਾ ਪੈ ਜਾਂਦਾ ਹੈ, ਤੇ ਫਿਰ ਜੀਵ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਕੇ ਜਿਹੜੀਆਂ ਪੈ ਜਾਂਦੀਆਂ ਹਨ, ਉਹਨਾਂ ਤੋਂ ਛੁੱਟਣਾ ਮੁਸ਼ਕਿਲ ਹੋ ਜਾਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਇੱਥੇ ਇੱਕ ਜ਼ਿਕਰ ਕੀਤਾ ਹੈ ਮਹਾਂਪੁਰਖਾਂ ਵਿਦਵਾਨਾਂ ਨੇ ਕਿ ਜੋ ਕੁਝ ਕੀਤਾ ਹੈ ਇਹ ਜੀਵ ਦੇ ਆਪਣੇ ਹੀ ਕਰਮਾਂ ਦਾ ਫਲ। ਉਹ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ। ਤੇ ਫਿਰ ਇਹ ਕੰਮ ਹੁੰਦਾ ਕਿਉਂ ਕਿ ਇਹ ਜੀਵ ਤੇਰਾ ਆਪਣਾ ਕੀਤਾ ਤੇਰੇ ਅੱਗੇ ਆਇਆ ਹੈ। ਕਹਿੰਦੇ ਹਨ ਕਿ ਇੱਕ ਦਿਵਿਓ ਦਾਸ ਰਾਜਾ ਹੋਇਆ ਹੈ, ਉਹਦੀ ਇੱਕ ਲੜਕੀ ਸੀ, ਤੇ ਜਦੋਂ ਹੀ ਉਹਦਾ ਵਿਆਹ ਕਰਦਾ ਲਾਵਾਂ ਦੇ ਵੇਲੇ ਉਹਦਾ ਪਤੀ ਮਰ ਜਾਂਦਾ। ਇਸ ਪ੍ਰਕਾਰ 21 ਵਾਰ ਉਹਦੇ ਪਤੀ ਮਰ ਗਏ ਉਸ ਲੜਕੀ ਦੇ, ਤੇ ਜੰਗਲ ਵਿੱਚ ਰੋਂਦੀ ਫਿਰਦੀ। ਚਾਰਨ ਕਰੋ ਸ੍ਰੀ ਵਾਹਿਗੁਰੂ। ਜਦੋਂ ਜੰਗਲ ਵਿੱਚ ਉਹ ਬੜੀ ਦੁਖੀ ਕਰਲਾ ਰਹੀ ਹੈ, ਹੁਣ ਇੱਕ ਵਾਰ ਕਿਸੇ ਨਾਲ ਐਸੀ ਰੱਬ ਨਾ ਕਰੇ ਘਟਨਾ ਵਾਪਰ ਜਾਂਦੀ ਹੈ, ਕਿੰਨੀ ਪਰੇਸ਼ਾਨੀ, ਜਿਹਦੇ ਨਾਲ 21 ਵਾਰ ਇਹ ਕਾਰਨ ਹੋਇਆ ਦਾ ਮਾਂ ਪਿਓ ਜਾਂ ਉਹਦੇ ਨਾਲ ਕੀ ਵਾਪਰਿਆ ਹੋਵੇਗਾ। ਇਸ ਕਰਕੇ ਜਦੋਂ ਜੰਗਲ ਵਿੱਚ ਬੜਾ ਦੁਖੀ ਹੋ ਕੇ ਭਟਕ ਰਹੀ ਹੈ
ਤੇ ਕਹਿੰਦੇ ਉੱਥੇ ਇੱਕ ਦਰਖਤ ਤੇ ਇੱਕ ਤੋਤਿਆਂ ਦਾ ਜੋੜਾ ਬੈਠਾ ਸੀ, ਨਰ ਮਾਦਾ ਦਾ। ਹੁਣ ਜਾਨਵਰ ਜਿਹੜੇ ਹਨ ਭਾਖਿਆ ਦਿੰਦੇ ਹਨ, ਅੱਜ ਵੀ ਹੈ, ਪਰ ਅਸੀਂ ਸਮਝ ਨਹੀਂ ਸਕਦੇ। ਇਸ ਕਰਕੇ ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਪਤਾ ਉਹ ਅੱਜ ਵੀ ਸਮਝ ਸਕਦੇ ਹਨ। ਗੁਰੂ ਕੀ ਸਾਧ ਸੰਗਤ ਉਹ ਕਹਿਣ ਲੱਗੇ, ਆਪਸ ਵਿੱਚ ਵਿਚਾਰ ਕਰਦੇ, ਲੜਕੀ ਰੋ ਕਿਉਂ ਰਹੀ ਹੈ ਜੰਗਲ ਵਿੱਚ ਇਕੱਲੀ? ਉਹਨਾਂ ਕਿਹਾ ਇਹਨੇ ਆਪਣੇ ਕਰਮਾਂ ਦਾ ਜਿਹੜਾ ਫਲ ਹੈ ਉਹ ਹੁਣ ਖਾਣਾ ਕੀਤਾ, ਉਹ ਫਲ ਭੋਗ ਰਹੀ ਹੈ। ਕਹਿੰਦੇ ਇਹ ਲੜਕੀ ਜਿਹੜੀ ਸੀ ਤੇ ਇਹ ਪਿਛਲੇ ਸਮੇਂ ਇੱਕ ਬ੍ਰਾਹਮਣ ਦੀ ਲੜਕੀ ਸੀ, ਤੇ ਉਹ ਬ੍ਰਾਹਮਣ ਜਿਹੜਾ ਪੰਡਤ ਸੀ, ਵਿਦਿਆ ਪੜ੍ਹਾਉਣ ਵਾਲਾ, ਬੱਚਿਆਂ ਨੂੰ ਬੜੇ ਪ੍ਰੇਮ ਦੇ ਨਾਲ ਵਧੀਆ ਪੜ੍ਹਾਉਂਦਾ ਸੀ, ਯਤਨ ਕਰਕੇ। ਉਹਦਾ ਇੱਕ ਚੰਗਾ ਲਾਇਕ ਵਿਦਿਆਰਥੀ ਆਪਣੇ ਵਿਦਿਆਰਥੀਆਂ ਦੇ ਵਿੱਚੋਂ ਜਦੋਂ ਉਹਨੇ ਵੇਖਿਆ ਤੇ ਉਸ ਲੜਕੇ ਦੇ ਨਾਲ ਉਸ ਲੜਕੀ ਦਾ ਨੇ ਰਿਸ਼ਤਾ ਕਰ ਦਿੱਤਾ ਪਹਿਲੇ ਜਨਮ ਵਿੱਚ। ਤੇ ਕਹਿੰਦੇ ਫਿਰ ਕੀ ਹੋਇਆ, ਬਾਅਦ ਵਿੱਚ ਉਹ ਜਿਹੜਾ ਸੀ ਉਹ ਪੰਡਤ ਚੜ੍ਹਾਈ ਕਰ ਗਿਆ, ਸਰੀਰ ਛੱਡ ਦਿੱਤਾ ਉਹਨੇ, ਤੇ ਉਹਦੇ ਡਰ ਤੋਂ ਰਹਿਤ ਹੋ ਕੇ, ਨਿਡਰ ਹੋ ਕੇ ਉਹ ਲੜਕੀ ਨੇ ਆਪਣੇ ਪਿਤਾ ਦੇ ਜਿਹੜੇ ਹੁਕਮ ਦੱਸੇ ਹੋਏ ਸਨ ਉਹਨਾਂ ਨੂੰ ਭੁਲਾ ਕੇ ਤੇ ਮਾੜੇ ਰਸਤੇ ਤੁਰ ਪਈ। ਫਿਰ ਵਿਚਾਰਨ ਹੋ ਗਏ, ਆਪਣਾ ਜੀਵਨ ਮੈਲਾ ਕਰ ਲਿਆ। ਤੇ ਉਹਦੇ ਨਾਲ ਫਿਰ ਜਿਹੜਾ ਜਿਨ੍ਹਾਂ ਦਾ ਹੋਰ ਵੀ ਮੇਲ ਹੋਇਆ, ਕਹਿੰਦੇ 21 ਜਿਹੜੀਆਂ ਉਹਦੀਆਂ ਨਾਲ ਸਹੇਲੀਆਂ ਸਨ ਉਹਨਾਂ ਦਾ ਵੀ ਜੀਵਨ ਐਸਾ ਕਰ ਦਿੱਤਾ। ਉਹਨਾਂ ਨੂੰ ਕਿਸੇ ਨੇ ਆਪਣੇ ਪਤੀ ਨੂੰ ਮਾਰ ਦਿੱਤਾ, ਕੋਈ ਘਰੋਂ ਨਿਕਲ ਗਈ, ਕੋਈ ਲੜ ਪਈ, ਕੋਈ ਕਿਸ ਤਰ੍ਹਾਂ ਇਸ ਤਰ੍ਹਾਂ ਕਰਕੇ 21 ਦੇ ਘਰ ਜਾੜੇ। ਉਹ ਜਾਨਵਰ ਕਹਿੰਦੇ ਹੁਣ ਆਪਣਾ ਕੀਤਾ ਪਾ ਰਹੀ ਹੈ। 21ਵੀਂ ਵਾਰ ਜਦੋਂ ਇਹ ਕੁਝ ਹੈ ਤੈਨੂੰ ਫਿਰ ਘਰੋਂ ਵੀ ਬਾਹਰ ਨਿਕਲਣਾ ਪਿਆ, ਇਹ ਆਪਣੇ ਕੀਤੇ ਕਰਨੀ ਦਾ ਫਲ ਪਾ ਰਹੀ ਹੈ। ਇਸੇ ਤਰ੍ਹਾਂ ਕੌਰਵਾਂ ਦਾ ਵੱਡਾ ਹੋਇਆ ਧ੍ਰਿਸ਼ਟਰਾਸ਼ਟਰ, ਤੇ ਗੁਰੂ ਕੀ ਸਾਧ ਸੰਗਤ ਉਹਨੂੰ ਦਿਸਦਾ ਨਹੀਂ ਸੀ। ਇਸੇ ਕਾਰਨ ਉਹਦੀ ਘਰਵਾਲੀ ਜਿਹੜੀ ਮਾਦਰੀ ਹੋਈ ਹੈ ਉਹਨੇ ਸਾਰੀ ਉਮਰ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਰੱਖੀ ਕਿ ਜੇ ਮੇਰੇ ਪਤੀ ਪਰਮੇਸ਼ਰ ਨੂੰ ਦਿਸਦਾ ਨਹੀਂ ਤੇ ਮੈਂ ਵੀ ਕਿਸੇ ਵੇਲੇ ਵੇਖਣਾ ਨਹੀਂ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਪਤੀ ਵਰਤਾ ਇਸਤਰੀਆਂ ਦਾ ਨਿਯਮ ਹੁੰਦਾ ਹੈ। ਸੋ ਕਹਿਣ ਦਾ ਭਾਵ ਉਹਨੇ ਵਿਚਾਰ ਕੀਤੇ ਮੇਰੀ ਨਿਗਾਹ ਕਿਉਂ ਖਰਾਬ ਹੋਈ। ਤੇ ਕਹਿੰਦੇ ਹਨ ਐਸਾ ਸਮਾਂ ਆਇਆ ਕਿ ਉਹਨੇ ਪਹਿਲੇ ਜਨਮ ਦੇ ਵਿੱਚ, ਇਸ ਤੋਂ ਕਾਫੀ ਜਨਮ 100 ਤੋਂ ਉੱਪਰ ਜਨਮ ਉਹਦੇ ਹੋ ਗਏ। ਹੁਣ ਇਹ ਨਹੀਂ ਪਤਾ ਕਦੋਂ ਕਿਹੜੇ ਜਨਮ ਦਾ ਫਲ ਪਰਮੇਸ਼ਰ ਨੇ ਦੇ ਦੇਣਾ ਹੈ। ਕਈ ਵਾਰ ਫਿਰ ਕੋਈ ਚੰਗੇ ਕਰਮ ਜੀਵ ਕਰ ਲਏ ਤੇ ਅੱਗਾ ਪਿਛਾ ਹੋ ਜਾਂਦਾ ਹੈ, ਮਿਲਦਾ ਜ਼ਰੂਰ ਫਲ ਹੈ। ਇਹਦੇ ਗੁਰੂ ਬਖਸ਼ ਲਵੇ ਤੇ ਕਰਮ ਬਖਸ਼ੇ ਜਾ ਸਕਦੇ ਹਨ। ਕਹਿੰਦੇ ਹਨ ਐਸਾ ਕਰਮ ਬਣਿਆ ਕਿ ਇੱਕ ਟਿੱਡੇ ਦੀਆਂ ਉਹਨੇ ਅੱਖਾਂ ਕੱਢੀਆਂ ਸਨ, ਸੂਲਾਂ ਮਾਰ ਕੇ ਉਹਨੂੰ ਘੁਮਾਉਂਦਾ ਰਿਹਾ। ਉਹਦੇ ਕਾਰਨ ਉਹਦੀ ਆਪਣੀ ਨਿਗਾਹ ਜਾਂਦੀ ਰਹੀ। ਤੇ ਦੂਜਾ ਕਾਰਨ ਇਹ ਬਣਿਆ ਉਹਦੇ 100 ਪੁੱਤਰ ਜਿਹੜੇ ਸਨ ਉਹ ਮਰ ਗਏ ਤੇ ਉਹਨਾਂ ਦੇ ਵਿਜੋਗ ਵਿੱਚ ਬੜਾ ਦੁਖੀ ਹੋਇਆ। ਉਹਨੇ ਕਿਹਾ ਪਰਮੇਸ਼ਰ ਨੇ ਮੇਰੇ ਨਾਲ ਇਹ ਕੁਝ ਕਿਉਂ ਕੀਤਾ। ਤੇ ਫਿਰ ਉਹਨੂੰ ਇਹ ਜਿਹੜੀ ਪਰਮੇਸ਼ਰ ਨੇ ਸੋਝੀ ਕਰਾਈ ਕਿ ਭਾਈ ਤੂੰ ਰਾਜਾ ਸਾਂ ਪਹਿਲੇ ਜਨਮ ਦੇ ਵਿੱਚ, ਤੇ ਰੋਜ਼ ਮਾਸ ਦੇ ਨਾਲ ਤੂੰ ਆਪਣਾ ਭੋਜਨ ਛਕਦਾ ਸਾਂ। ਇੱਕ ਦਿਨ ਐਸਾ ਆਇਆ ਕਿ ਤੂੰ ਕੋਵੇਲੇ ਬਾਹਰੋਂ ਕਿਤੇੋਂ ਆਇਆ, ਆਣ ਕੇ ਆਪਣਾ ਜਿਹੜਾ ਸੀ ਭੋਜਨ ਪਾਣੀ ਛਕਣਾ ਸੀ ਤੇ ਆਪਣੇ ਨੌਕਰ ਨੂੰ ਕਿਹਾ ਭੋਜਨ ਤਿਆਰ ਹੈ। ਉਹਨੇ ਛੇਤੀ ਛੇਤੀ ਕੀ ਕੀਤਾ ਕਿ ਹੋਰ ਤੇ ਕਿਤੇ ਹਨੇਰੇ ਜਾਣ ਤੋਂ ਉਹਨੇ ਸੰਕੋਚ ਕਰ ਲਿਆ। ਇਹਨੇ ਘਰ ਵਿੱਚ ਹੰਸ ਰੱਖੇ ਹੋਏ ਸਨ ਤੇ ਇਹਨੇ ਜਾ ਕੇ ਆਪਣਾ ਕੰਮ ਪੂਰਾ ਕਰਨ ਵਾਸਤੇ ਕਿ ਬਾਦਸ਼ਾਹ ਨੂੰ ਮੈਂ ਛੇਤੀ ਭੋਜਨ ਤਿਆਰ ਕਰ ਦੇਵਾਂ, ਮੈਨੂੰ ਖੇਚਲ ਨਾ ਕਰਨੀ ਪਵੇ, ਹੰਸ ਦਾ ਇੱਕ ਬੱਚਾ ਮਾਰ ਕੇ ਉਹਦਾ ਮਾਸ ਬਣਾ ਕੇ ਉਹਦੇ ਨਾਲ ਜਦੋਂ ਉਹਨੂੰ ਪ੍ਰਸ਼ਾਦਾ ਛਕਾਇਆ, ਉਹ ਕਹਿਣ ਲੱਗਾ ਕਿ ਇਹ ਤਾਂ ਬੜਾ ਇਹਦਾ ਹੋਰ ਕੋਈ ਆਨੰਦ ਰਸ ਹੈ, ਇਹਦੇ ਨਾਲ ਦਾ ਅੱਗੇ ਮੈਂ ਕਦੀ ਵੀ ਐਸਾ ਭੋਜਨ ਨਹੀਂ ਛਕਿਆ। ਇਸ ਪ੍ਰਕਾਰ ਐਸਾ ਨੂੰ ਚੇਟਕ ਪੈ ਗਿਆ। 100 ਬੱਚੇ ਹੰਸਾਂ ਦੇ ਉਹ ਆਪ ਇਕੱਲਾ ਹੀ ਖਾ ਗਿਆ। ਚਾਰਨ ਕਰੋ ਸ੍ਰੀ ਵਾਹਿਗੁਰੂ। ਜਦੋਂ ਮਨ ਕਰਨਾ ਕਹਿਣਾ ਕਿ ਉਹ ਹੀ ਅੱਜ ਫੇਰ ਬਣਾ ਲਓ। ਉਹ ਜਿਨ੍ਹਾਂ ਹੰਸਾਂ ਦੇ 100 ਬੱਚੇ ਖਾਧੇ ਸੀ ਉਹਨਾਂ ਦਾ ਸ਼ਰਾਪ ਪੈਣ ਕਰਕੇ 100 ਬੱਚੇ ਦੇ ਆਪਣੇ ਜਿਹੜੇ ਸੀ ਸੰਸਾਰ ਤੋਂ ਜਾਂਦੇ ਰਹੇ। ਇਸ ਪ੍ਰਕਾਰ ਮਹਾਰਾਜ ਦੱਸਦੇ ਹਨ ਭਾਈ ਕਿਸੇ ਦਾ ਦੋਸ਼ ਨਹੀਂ, ਤੇ ਜਿਨ੍ਹਾਂ ਚੰਗਾ ਕਰਮ ਕੀਤਾ ਹੁੰਦਾ ਹੈ ਉਹਨਾਂ ਨੂੰ ਚੰਗਾ ਫਲ ਉਹਦਾ ਵੱਧਦਾ ਹੈ, ਮਾੜੇ ਦਾ ਮਾੜਾ ਵੱਧਦਾ ਹੈ। ਜੇ ਅਸੀਂ ਕਹਿ ਦਿੰਦੇ ਕਈ ਗੁਣਾ ਦਾਨ ਪੁੰਨ ਵੱਧਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਜੇ ਪਾਪ ਕੀਤਾ ਤੇ ਉਹਦਾ ਵੀ ਫਲ ਅੱਗੇ ਵਧਣਾ ਹੈ, ਵਿਆਜ ਤੇ ਉਸੇ ਨੂੰ ਵੀ ਲੱਗਣਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਤੇ ਜਿੰਨੇ ਪਹਿਲਾਂ ਸੁੱਖ ਸਨ ਉਹਨਾਂ ਸਾਰਿਆਂ ਤੋਂ ਜੀਵ ਪਾਸੇ ਹੋ ਜਾਂਦਾ ਤੇ ਦੁੱਖਾਂ ਵਿੱਚ ਘਿਰ ਜਾਂਦਾ ਹੈ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਨ੍ਹਾਂ ਦੇ ਵਿੱਚ
ਮਨ ਖੁੱਭਿਆ ਹੋਇਆ ਹੈ। ਮਨੁੱਖ ਕਹਿੰਦਾ ਮੇਰਾ ਪਰਿਵਾਰ, ਮੇਰੀ ਜਾਇਦਾਦ, ਮੇਰੀਆਂ ਸਹੂਲਤਾਂ, ਮੇਰੀ ਪਾਵਰ, ਮੇਰੀ ਸਿਆਣਪ, ਇਹਨਾਂ ਨੂੰ ਬੜਾ ਚੰਗਾ ਸਮਝਦਾ ਹੈ, ਸੁੱਖ ਸਹੂਲਤਾਂ ਨੂੰ, ਅਤੇ ਬੜੇ ਬੜੇ ਸੁੱਖ ਬਣਾਉਣ ਵਾਸਤੇ ਯਤਨ ਕਰਦਾ। ਜਿਹੜਾ ਦੁੱਖ ਪੈਣਾ ਉਹਦਾ ਯਤਨ ਕੋਈ ਕਰਦਾ ਨਹੀਂ। ਜੋ ਮਨੁੱਖ ਸੰਸਾਰ 'ਤੇ ਉਹਦਾ ਸੁੱਖਾਂ ਦੇ ਯਤਨ ਕਰਦਾ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਅਤੇ ਇਸ ਪ੍ਰਕਾਰ ਜਦੋਂ ਦੁੱਖ ਆਣ ਕੇ ਪੈਂਦਾ ਫਿਰ ਇਹਦੇ ਭਾਦੀ ਬਣ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਇਹ ਭਾਈ ਇਹ ਵੀ ਹੁਣ ਦਾਤ ਹੈ, ਕਿਉਂਕਿ ਦੁੱਖ ਅਤੇ ਸੁੱਖ ਉਹਦੀਆਂ ਦਾਤਾਂ ਹਨ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਹੈ ਤੇ ਦਾਤ ਤੇਰੀ ਦਾਤਾਰ। ਕਈ ਕਹਿ ਦਿੰਦੇ ਸਾਨੂੰ ਕੋਈ ਸਹੂਲਤ ਹੈ, ਕੋਈ ਮਿਲ ਗਿਆ, ਮਸ਼ੀਨਰੀ ਮਿਲ ਗਈ, ਅਤੇ ਉਹਦੇ ਕਹਿ ਦਿੰਦੇ ਇਹ ਦਾਤ ਦਿੱਤੀ ਪਰਮੇਸ਼ਰ ਨੇ। ਪਰ ਜਿਹੜੀ ਇਹ ਤੁਕ ਸਾਨੂੰ ਦੱਸ ਰਹੀ ਹੈ ਇਹਦੇ ਵਿੱਚ ਸਿੱਖਿਆ ਮਿਲਦੀ ਭਾਈ ਦੁੱਖ ਵੀ ਉਹਦਾ, ਦੁੱਖ ਸੁੱਖ ਦੋਵੇਂ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਜਦੋਂ ਆਣ ਕੇ ਉਹਦਾ ਫਲ ਭੋਗਣਾ ਪਿਆ, ਜਿੰਨੇ ਵੀ ਸੁੱਖ ਸਨ ਉਹ ਸਾਰੇ ਪਿੱਛੇ ਹੋ ਗਏ ਅਤੇ ਦੁੱਖਾਂ ਨੇ ਘੇਰਾ ਪਾ ਲਿਆ। ਅਤੇ ਸੁੱਖ ਤਾਂ ਮਿਲਦੇ ਹਨ, ਸਤਿਗੁਰਾਂ ਕਿਹਾ ਪਹਿਲਾਂ ਮਹਾਰਾਜ ਦਾ ਜਸ ਸੁਣਿਆ ਹੋਵੇ, ਗਾਵਿਆ ਹੋਵੇ, ਮੰਨਿਆ ਹੋਵੇ, ਗਾਵੀਏ ਸੁਣੀਏ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਇਹ ਜਦੋਂ ਯੋਗਤਾ ਆ ਜਾਵੇ ਗਾਉਣ ਦੀ, ਸੁਣਦੀ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ। ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁੱਖ ਇਹਨਾਂ ਗੱਲਾਂ ਕਰਕੇ ਹੁੰਦੇ ਹਨ, ਸੁੱਖ ਪੈਸੇ ਨਾਲ ਨਹੀਂ ਮਿਲਦੇ। ਜਿਹੋ ਜਿਹਾ ਕਰਮ, ਜਿਹੋ ਜਿਹੀ ਤਕਦੀਰ ਬਣ ਚੁੱਕੀ ਹੈ ਉਹਦੇ ਅਨੁਸਾਰ ਸਭ ਕੁਝ ਮਿਲਣਾ ਹੈ। ਇਸ ਕਰਕੇ ਮਹਾਰਾਜ ਕਥਨ ਕਰਦੇ ਜਿਨ੍ਹਾਂ ਨੂੰ ਆਪਣੇ ਸਮਝਿਆ, ਜਿਹੜੇ ਸੁੱਖ ਭੋਗਦਾ ਸੀ, ਐਸਾ ਸਮਾਂ ਆ ਜਾਂਦਾ ਇੱਕ ਅੱਖ ਫਰਕਣ ਤੋਂ ਪਹਿਲਾਂ ਸਾਰੇ ਦੁੱਖਾਂ ਦਾ ਡੇਰਾ ਉੱਥੇ ਆ ਕੇ ਲੱਗ ਜਾਂਦਾ ਅਤੇ ਦੁੱਖ ਦੂਰ ਹੋ ਜਾਂਦੇ ਹਨ, ਸੁੱਖ ਜਿਹੜੇ ਦੂਰ ਹੋ ਜਾਂਦੇ ਹਨ। ਫਿਰ ਜੀ ਦੁੱਖਾਂ ਵਿੱਚ ਪਛਤਾਉਂਦਾ ਹੈ, ਸਮਾਂ ਲੰਘ ਜਾਂਦਾ, ਕੋਈ ਚਾਰਾ ਨਹੀਂ ਹੁੰਦਾ। ਵਿੱਚ ਨਾ ਕੋਈ ਕਰ ਸਕੈ, ਕਿਸਾ ਥੈ ਰੋਵੇ ਰੋਜ। ਹੁਣ ਮਹਾਰਾਜ ਜੀ ਕਹਿੰਦੇ ਵਿੱਚ ਹੁਣ ਕਿਹੜਾ ਇਹਦੀ ਆ ਕੇ ਵਕੀਲੀ ਕਰੇ, ਕੌਣ ਗੱਲ ਕਰੇ? ਕਿਉਂਕਿ ਸਤਿਗੁਰਾਂ ਨੇ ਕਥਨ ਕੀਤਾ ਹੈ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰਿ ਦਰਗਾਹ ਕਾ ਬਸੀਠ। ਬਸੀਠ ਕਹਿੰਦੇ ਵਿਚੋਲਾ, ਵਕੀਲ, ਜਿਹੜਾ ਉਹਦਾ ਮਸਲਾ ਹੱਲ ਕਰਨ ਵਾਲਾ ਹੈ, ਵਿਚਕਾਏ ਦੋਵਾਂ ਪਾਸਿਆਂ ਤੋਂ ਸਹੀ ਗੱਲ ਕਰਨ ਵਾਲਾ ਹੋਏ। ਜੇ ਵਿਚੋਲਾ ਮਾੜਾ ਪੈ ਜਾਵੇ ਤਾਂ ਦੋਹੀਂ ਬੰਨੀ ਸਾਰੀ ਉਮਰ ਉਹ ਬੜੀ ਵਿਪਤਾ ਬਣ ਜਾਂਦੀ ਹੈ, ਅਤੇ ਜੇ ਚੰਗਾ ਹੋਵੇ ਤਾਂ ਕੁਲਾਂ ਸੌਰ ਜਾਂਦੀਆਂ ਹਨ। ਆਪਣੇ ਵੱਲੋਂ ਨੇ ਚੰਗਾ ਯਤਨ ਕੀਤਾ ਹੋਵੇ ਅਤੇ ਨਹੀਂ ਕੋਈ ਦੁੱਖ ਸੁੱਖ ਆ ਵੀ ਜਾਵੇ ਤਾਂ ਉਹਨੂੰ ਬਰਿਆਈ ਨਹੀਂ ਆਉਂਦੀ, ਜੇ ਉਹਨੇ ਆਪਣੇ ਵੱਲੋਂ ਚੰਗਾ ਸੋਚਿਆ ਹੈ। ਅਤੇ ਸਤਿਗੁਰੂ ਜੀ ਕਥਨ ਕਰਦੇ ਇਸੇ ਪ੍ਰਕਾਰ ਜਿਹੜਾ ਗੁਰੂ ਹੈ, ਗੁਰੂ ਵਿਚੋਲਾ ਹੋਵੇ ਵਿੱਚ, ਅਤੇ ਜਨਮਾਂ ਜਨਮਾਂ ਦਾ ਜੀਵ ਜਿਹੜਾ ਵਾਹਿਗੁਰੂ ਤੋਂ ਵਿਛੜਿਆ ਹੈ ਉਹਦੇ ਨਾਲ ਫਿਰ ਮਿਲਾਪ ਹੋ ਜਾਂਦਾ ਹੈ। ਅਤੇ ਹੁਣ ਗੁਰੂ ਨੂੰ ਤਾਂ ਛੱਡ ਦਿੱਤਾ, ਵੇਮੁਖ ਹੋ ਗਿਆ, ਆਪਣੀ ਮਨ ਦੀ ਮਰਜ਼ੀ ਕਰਨ ਲੱਗ ਪਿਆ। ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋ ਵਿਵੇਕੀਆਂ ਜਾਏ। ਸਤਿਗੁਰੂ ਜੀ ਕਹਿੰਦੇ ਫਿਰ ਕਿੰਨਾ ਭਟਕਦਾ ਰਹੇ, ਜਿੰਨਾ ਚਿਰ ਫਿਰ ਗੁਰੂ ਦੀ ਸ਼ਰਨ ਵਿੱਚ ਨਹੀਂ ਆਵੇਗਾ, ਭਾਵੇਂ ਕਈ ਜਨਮ ਧਾਰ ਲਏ, ਉਹਨਾਂ ਚਿਰ ਮੁਕਤੀ ਨਹੀਂ ਹੋਣੀ, ਸੁੱਖ ਪ੍ਰਾਪਤ ਨਹੀਂ ਹੋਣਾ ਸਦਾ ਵਾਲਾ। ਅਤੇ ਫਿਰ ਕਿਤੇ ਜਾ ਕੇ ਅੱਗੇ ਰੋਵੇਗਾ ਮੇਰਾ ਮਸਲਾ ਹੱਲ ਕਰ, ਮੇਰੇ ਦੁੱਖ ਦੂਰ ਕਰ, ਮੈਨੂੰ ਸੁੱਖ ਮਿਲ ਜਾਣ। ਇਹ ਕੋਈ ਮੁੱਲ ਨਹੀਂ ਮਿਲਦੇ। ਸੁੱਖ ਪਰਮੇਸ਼ਰ ਦੇ, ਗੁਰੂ ਦੇ ਬਖਸ਼ੇ ਹੋਏ ਮਿਲਦੇ ਹਨ। ਅਤੇ ਜਿਨ੍ਹਾਂ 'ਤੇ ਕਿਰਪਾ ਕਰ ਦਿੰਦਾ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੀ ਮਨ ਦੀ ਮਰਜ਼ੀ ਛੱਡ ਦਿੰਦੇ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਉਹਨਾਂ 'ਤੇ ਫਿਰ ਰਹਿਮਤਾਂ ਹੋ ਜਾਂਦੀਆਂ ਹਨ। ਕੀਤਾ ਕਿਸੂ ਨਾ ਹੋਵੇ, ਲਿਖਿਆ ਧੁਰ ਸੰਜੋਗ। ਸਤਿਗੁਰੂ ਜੀ ਕਥਨ ਕਰਦੇ ਫਿਰ ਜਿਹੋ ਜਿਹਾ ਫਿਰ ਕਰਮਾਂ ਦੇ ਅਨੁਸਾਰ ਲੇਖ ਪੈ ਗਿਆ ਮੱਥੇ 'ਤੇ, ਅਤੇ ਉਹ ਜੋ ਲਿਖਿਆ ਇਹਨੂੰ ਕੋਈ ਮਿਟਾਉਣ ਵਾਲਾ ਨਹੀਂ। ਬੜੇ ਯਤਨ ਮਨੁੱਖ ਕਰਦਾ, ਜਿਹੜੇ ਲੋਕਾਂ ਨੂੰ ਦੱਸਣ ਵਾਲੇ ਬੜੇ ਬੜੇ ਪਾਂਦੇ ਜੋਤ ਸੀ, ਉਹਨਾਂ ਵੀ ਯਤਨ ਕੀਤਾ ਸਾਡੇ ਮਾੜੇ ਲੇਖ ਮਿਟ ਜਾਣ, ਪਰ ਆਪਣੀ ਚਤਰਾਈ ਸਿਆਣਪ ਨਾਲ ਨਹੀਂ ਮਿਟ ਸਕੇ, ਉਹਨਾਂ ਨੂੰ ਕਰਮ ਭੋਗਣੇ ਹੀ ਪਏ। ਕਿੰਨੇ ਕਿੰਨੇ ਜੋਤਸ਼ੀਆਂ ਨੇ ਕਈਆਂ ਨੂੰ ਦੱਸਿਆ ਆਹ ਕਰਮ ਕਰੋ, ਤੁਹਾਡੇ ਤੋਂ ਇਹ ਕੰਮ ਜਿਹੜਾ ਵਿਵਤਾ ਟਲ ਜਾਵੇਗੀ, ਤੁਹਾਡੇ 'ਤੇ ਕਲੰਕ ਨਹੀਂ ਲੱਗੇਗਾ, ਪਰ ਫਿਰ ਵੀ ਲੱਗ ਗਏ। ਕਿਉਂ? ਇਸ ਕਰਕੇ ਕਹਿੰਦੇ ਜਿਹੜਾ ਧੁਰੋਂ ਹੁਕਮ ਹੋ ਗਿਆ ਇਹਨੂੰ ਕੋਈ ਮੇਟਣ ਵਾਲਾ ਨਹੀਂ। ਉਦੋਂ ਵੱਡਾ ਕੋਈ ਉਹਦੇ ਬਰਾਬਰ ਹੋਵੇ ਤਾਂ ਹੀ ਉਹ ਮੇਟ ਸਕੇ, ਉਹਦੇ ਵਰਗਾ ਉਹ ਆਪ ਹੀ ਹੈ। ਗੁਣ ਇਹੋ ਹੋਰ ਨਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ।
ਇਸ ਪ੍ਰਕਾਰ ਸਤਿਗੁਰੂ ਜੀ ਕਥਨ ਕਰਦੇ, ਕਿਸ ਤੇ ਰੋਏ ਰੋਜ਼, ਕੀਤਾ ਕਿਛ ਨ ਹੋਵੀ, ਲਿਖਿਆ ਤੁਰ ਸੰਜੋਗ। ਹੁਣ ਜਿੰਨਾ ਵੀ ਚਾਰਾ ਕਰਦਾ ਉਹਦਾ ਕੋਈ ਮਸਲਾ ਜਿਹੜਾ ਹਾਸਲ ਨਹੀਂ ਹੁੰਦਾ, ਫਾਇਦਾ ਨਹੀਂ ਹੁੰਦਾ, ਜੀਵ ਹੋਰ ਪਰੇਸ਼ਾਨ ਹੋ ਜਾਂਦਾ ਹੈ। ਵਡਭਾਗੀ ਮੇਰਾ ਪ੍ਰਭ ਮਿਲਾਏ, ਤੋਤਰੇ ਸਭ ਬਿਯੋਗ। ਹੁਣ ਕਹਿੰਦੇ ਕਰਮ ਤੇ ਸਾਰਿਆਂ ਦੇ ਹਨ, ਪਰ ਵੱਡੇ ਕਰਮ ਜਿਹੜੇ ਹਨ, ਵਡਭਾਗੀ ਵੱਡੇ ਕਰਮਾਂ ਵਾਲਾ ਜੀਵ ਜਿਹੜਾ, ਉਹਦੀ ਨਿਸ਼ਾਨੀ ਇਹ ਹੈ, ਵਡਭਾਗੀ ਸਾਧ ਸੰਗਤ ਪਾਵੇ, ਭਾਗਹੀਣ ਪਰਮ ਚੋਟਾਂ ਖਾਵੇ, ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਸ ਕਰਕੇ ਚੰਗੇ ਭਾਗ ਹੋਣ, ਗੁਰੂ ਦੀ ਰਹਿਮਤ ਹੋਵੇ ਤੇ ਜੀਵ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ। ਇਹ ਨਾ ਕਦੇ ਮਾਣ ਕਰੀਏ ਅਸੀਂ ਗੁਰੂ ਦੀ ਸੇਵਾ ਕੀਤੀ, ਅਸੀਂ ਗੁਰੂ ਘਰ ਆਏ, ਅਸੀਂ ਪਾਠ ਕੀਤਾ, ਅਸੀਂ ਆਹ ਕੰਮ ਕੀਤਾ, ਸਮਝੋ ਇਹ ਸਾਡੇ ਤੇ ਗੁਰੂ ਨੇ ਰਹਿਮਤ ਕਰਕੇ ਸਾਡੇ ਕੋਲੋਂ ਕਰਵਾ ਲਿਆ। ਜੇ ਅਸੀਂ ਕਰਨ ਵਾਲੇ ਹੋਈਏ ਤੇ ਕਦੇ ਇਸ ਕੰਮ ਤੋਂ ਵੇਸਲੇ ਹੋਈਏ ਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਅਣਜਾਣ ਤੇ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੇ। ਜੇ ਆਪਣਾ ਇਹਦਾ ਚਾਰਾ ਚੱਲਦਾ ਹੋਵੇ ਤੇ ਕਦੇ ਦੁੱਖ ਨੂੰ ਆਉਣ ਹੀ ਨਾ, ਪਰ ਇਹ ਪਰਮੇਸ਼ਰ ਦੀ ਕਿਰਪਾ ਨਾਲ ਜੋ ਕੁਝ ਹੁੰਦਾ ਉਹ ਹੁੰਦਾ ਹੈ। ਇਸ ਕਰਕੇ ਕੀਤਾ ਕਿਛ ਨਾ ਹੋਵੇ, ਲਿਖਿਆ ਤੁਰ ਸੰਜੋਗ, ਵਡਭਾਗੀ ਮੇਰਾ ਪ੍ਰਭ ਮਿਲੇ, ਤਾਂ ਉਤਰੇ ਸਭ ਵਿਯੋਗ। ਜਿੰਨੇ ਵੀ ਝੋਰੇ ਹਨ ਇਹ ਜੀਵ ਨੂੰ ਸੰਸੇ ਹਨ, ਜਿੰਨੇ ਵੀ ਦੁੱਖ ਹਨ, ਸਤਿਗੁਰੂ ਜੀ ਕਥਨ ਕਰਦੇ, ਜਦੋਂ ਉਹਦੇ ਨਾਲ ਮਿਲਾਪ ਹੋ ਗਿਆ ਪਰਮੇਸ਼ਰ ਅਕਾਲ ਪੁਰਖ ਨਾਲ, ਉੱਥੇ ਦੁੱਖ ਨਹੀਂ ਰਹਿ ਜਾਂਦੇ। ਕਿਉਂਕਿ ਨਾਸ, ਦੁੱਖਾਂ ਤੋਂ ਨਾਸ ਜਿਹੜਾ ਜੀਵ ਨੂੰ ਕਰਨ ਵਾਲਾ ਹੈ, ਦੁੱਖਾਂ ਨੂੰ ਨਾਸ ਕਰਕੇ ਸੁੱਖਾਂ ਦੇ ਵਿੱਚ ਲਿਆਉਣ ਵਾਲਾ ਹੈ, ਪਰਮੇਸ਼ਰ ਆਪ ਦੁੱਖ ਤੋਂ ਰਹਿਤ ਹੈ। ਉਹ ਐਸਾ ਵਾਹਿਗੁਰੂ ਅਕਾਲ ਪੁਰਖ ਕਿਸੇ ਦਾ ਦੁੱਖ ਦੂਰ ਕਰਦਾ ਹੈ। ਸਤਿਗੁਰੂ ਜੀ ਕਹਿੰਦੇ, ਦੁੱਖ ਤਸੈ ਪੈ ਆਖੀਏ, ਸੁਖ ਜਿਸੈ ਹੀ ਪਾਸ। ਦੁੱਖ ਉਹਨੂੰ ਦੱਸਣਾ ਚਾਹੀਦਾ ਹੈ ਜਿਹਦੇ ਕੋਲ ਸੁੱਖ ਹਨ। ਜੀਵ ਇੱਕ ਦੂਜੇ ਕੋਲ ਦੁੱਖ ਫੋਲਦਾ ਹੈ। ਪਿਛਲੇ ਸਮੇਂ ਵਿੱਚ ਕਹਿੰਦੇ, ਕੋਈ ਜਿਵੇਂ ਕਿਸੇ ਦੇ ਘਰ ਅੱਗ ਬਲਦੀ ਸੀ, ਦੂਰ ਤੱਕ ਧੂੰ ਦਿਸਦਾ ਸੀ, ਪਤਾ ਲੱਗ ਜਾਂਦਾ ਸੀ ਕਿਸੇ ਦੇ ਚੁੱਲ੍ਹੇ ਵਿੱਚ ਅੱਗ ਪਾਈ ਹੈ, ਕੋਈ ਭੋਜਨ ਪਾਣੀ ਬਣ ਲੱਗਾ ਹੈ। ਪਰ ਅੱਜ ਦੇ ਸਮੇਂ ਵਿੱਚ ਜਿਵੇਂ ਧੂੰ ਦਾ ਪਤਾ ਨਹੀਂ ਲੱਗਦਾ, ਗੈਸ ਦਾ ਸਮਾਂ ਆ ਗਿਆ, ਸਿਲੰਡਰਾਂ ਦਾ ਸਮਾਂ ਆ ਗਿਆ। ਇਸੇ ਤਰ੍ਹਾਂ ਪਿੱਛੇ ਕੋਈ ਆਪਣਾ ਦੁੱਖ ਸੁੱਖ ਕਿਸੇ ਸੱਜਣ ਮਿੱਤਰ ਕੋਲ ਬੋਲਦਾ, ਉਹਦਾ ਕੋਈ ਚੰਗਾ ਤਰੀਕਾ ਕੋਈ ਦੱਸ ਦਿੰਦਾ, ਹਮਦਰਦੀ ਪ੍ਰਗਟ ਕਰਦਾ, ਜਿੰਨਾ ਹੋ ਸਕੇ ਦੁੱਖ ਬਣਾਉਣ ਦੇ ਵਾਸਤੇ ਯਤਨ ਕਰਦਾ, ਤੇ ਕੋਈ ਨਾ ਕੋਈ ਦਾ ਮਨ ਹੌਲਾ ਹੋ ਜਾਂਦਾ। ਪਰ ਅੱਜ ਦਾ ਸਮਾਂ ਐਸਾ ਆਮ ਕਰਕੇ ਜਦੋਂ ਕੋਲ ਕਿਸੇ ਕੋਲ ਦੁੱਖ ਦੱਸਦਾ ਹੈ, ਜਾਂ ਤਾਂ ਉਹ ਅੱਗੋਂ ਆਪਣੇ ਦੁੱਖ ਸੁਣਾਉਣ ਲੱਗ ਪੈਂਦਾ ਹੈ, ਤੇ ਫਿਰ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਤੇ ਜੇ ਕੋਈ ਸੁਣ ਵੀ ਲਵੇ ਤੇ ਪਾਸੇ ਜਾ ਕੇ ਟਿਚਰਾਂ ਮਸ਼ਕਰੀਆਂ ਕਰਦਾ, ਇਹਨੂੰ ਜ਼ਿਆਦਾ ਦੁੱਖ ਹੈ, ਹੁਣ ਠੀਕ ਹੋਇਆ, ਇਸ ਚੱਕਰ ਵਿੱਚ ਫਸ ਗਿਆ, ਦੁੱਖ ਸੁਣਨ ਵਾਲਾ ਕੋਈ ਨਹੀਂ। ਇਸ ਕਰਕੇ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਮਿਲੇ ਤਾਂ ਇਹਨਾਂ ਦੇ ਦੁੱਖਾਂ ਤੋਂ ਛੁਟਕਾਰਾ ਹੋ ਸਕਦਾ ਹੈ। ਵਡਭਾਗੀ ਮੇਰਾ ਪ੍ਰਭ ਮਿਲੇ, ਤਾਂ ਉਤਰੇ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚਾ। ਮਹਾਰਾਜ ਜੀ ਕਥਨ ਕਰਦੇ ਹਨ, ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਆਪਣੇ ਸੇਵਕਾਂ ਦੀ ਪੈਜ ਰੱਖਣਾ ਕਰ, ਕਿਉਂਕਿ ਪਤਾ ਲੱਗਾ ਦਾ ਹੈ ਤੇਰੀ ਸ਼ਰਨ ਵਿੱਚ ਆਇਆ, ਤੇਰੀ ਸੰਗਤ ਵਿੱਚ ਆਇਆ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਸ ਕਰਕੇ ਮਹਾਰਾਜ ਕਿਰਪਾ ਕਰ, ਕਿਉਂਕਿ ਤੂੰ ਸਾਡਾ ਐਸਾ ਮਾਲਕ ਸਾਹਿਬ ਹੈ, ਤੇ ਤੂੰ ਬੰਦੀ ਮੋਜ ਕਹਿੰਦੇ ਸਾਡਾ ਬੰਦ ਖਲਾਸੀ ਕਰਾਉਣ ਵਾਲਾ ਹੈ, ਬੰਧਨਾਂ ਤੋਂ ਛਡਾਉਣ ਵਾਲਾ ਹੈ। ਤੇ ਇਸ ਕਰਕੇ ਕਿਰਪਾ ਕਰ, ਜਿਨ੍ਹਾਂ ਨੇ ਇਸ ਪ੍ਰਕਾਰ ਜਾਣ ਕੇ ਇਹਨੂੰ ਸਿਮਰਿਆ ਹੈ, ਧਿਆਇਆ ਹੈ, ਤੇ ਗੁਰੂ ਕੀ ਸਾਧ ਸੰਗਤ ਆਪ ਜਾਣ ਦੇ ਪਹਿਲੇ ਰੂਪ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਰ ਦੀ ਜੇਲ੍ਹ ਵਿੱਚੋਂ ਕੈਦੀਆਂ ਨੂੰ ਛਡਾਉਣਾ ਕੀਤਾ ਤੇ ਚੱਕੀਆਂ ਤੋਂ ਉਹਨਾਂ ਨੂੰ ਰਹਿਤ ਕਰਾਇਆ, ਜਿਹੜੇ ਚੱਕੀਆਂ ਪੀਸ ਰਹੇ ਸਨ ਕੈਦੀ ਦੁਖੀ ਹੋ ਕੇ। ਇਸੇ ਪ੍ਰਕਾਰ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਗਵਾਲੀਅਰ ਦੇ ਕਿਲ੍ਹੇ ਵਿੱਚੋਂ ਸਾਰੇ ਉਮਰ ਦੇ ਕੈਦੀ ਜਿਹੜੇ ਸਨ, ਬੜੇ ਬੜੇ ਰਾਜੇ, ਉਹਨਾਂ ਫੜ ਕੇ ਕੈਦ ਕੀਤੇ, ਉਹ ਛਡਾਉਣਾ ਕੀਤੇ। ਇਸੇ ਪ੍ਰਕਾਰ 10ਵੇਂ ਪਾਤਸ਼ਾਹ ਜੀ ਨੇ 17 ਦਾ ਕਿਲ੍ਹਾ ਜਿਹੜਾ ਹੈ, ਜੋ ਦੱਖਣ ਦੇ ਵਿੱਚ ਪੂਨਾ 17 ਆਮ ਸੰਗਤਾਂ ਨੇ ਸੁਣਿਆ ਹੈ, 17 ਦਾ ਕਿਲ੍ਹਾ ਸੀ। ਉੱਥੇ ਜਿਹੜੇ 2 ਰਜਵਾੜੇ ਰੁਸਤਮ ਰਾਏ ਤੇ ਬਾਲਾ ਰਾਓ, ਜਦੋਂ ਉਹਨਾਂ ਨੂੰ ਪਤਾ ਲੱਗਾ, ਵੇਖੋ ਅਸੀਂ ਕਿੰਨਾ ਕੁਝ ਬੋਲ ਜਾਂਦੇ, ਸਾਡਾ ਮਨ ਕਿਤੇ ਹੋਰ ਗਿਆ ਹੁੰਦਾ ਹੈ, ਪਰ ਜਿਨ੍ਹਾਂ ਨੇ ਮਨ ਕਰਕੇ ਉਹਨੂੰ ਯਾਦ ਕੀਤਾ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਤੇ ਮਹਾਰਾਜ ਨੇ ਕਿਰਪਾ ਕੀਤੀ, ਉਹਨਾਂ ਨੂੰ ਉਸ ਜੇਲ੍ਹ ਦੇ ਵਿੱਚੋਂ ਆਜ਼ਾਦ ਕਰਵਾਇਆ ਮਹਾਰਾਜ ਜੀ ਨੇ।
ਉਹ ਆ ਕੇ ਜਿੱਥੇ ਆਮ ਸੰਗਤਾਂ ਜਾਂਦੀਆਂ ਹੋ ਮਨਮਾੜ ਦਾ ਸਥਾਨ ਹੈ, ਪਵਿੱਤਰ ਸਥਾਨ, ਸੰਗਤਾਂ ਦਰਸ਼ਨ ਕਰਦੀਆਂ ਹਨ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉੱਥੇ ਆ ਕੇ ਉਹਨਾਂ ਨੂੰ ਕਿਹਾ ਕਿ ਭਾਈ ਹੁਣ ਤੁਸੀਂ ਪਰਮੇਸ਼ਰ ਦੀ ਬੰਦਗੀ ਕਰੋ ਅਤੇ ਤੁਹਾਨੂੰ ਕੋਈ ਵੀ ਆ ਕੇ ਇਹਨਾਂ ਬੰਧਨਾਂ ਦੇ ਵਿੱਚ ਨਹੀਂ ਪਾਵੇਗਾ। ਇਹ ਗੁਰੂ ਜਿਹੜਾ ਐਸਾ ਸਮਰੱਥ ਹੈ। ਅਤੇ ਸਤਿਗੁਰੂ ਜੀ ਕਹਿੰਦੇ ਉਹਦੇ ਗਾੜੀ ਬੇਨਤੀ ਕਰੀਏ, ਮਹਾਰਾਜ ਸਾਡੀ ਪੈਜ ਰੱਖਣਾ ਕਰ, ਸਾਨੂੰ ਜਿਹੜੇ ਬੰਨਣ ਪਏ ਹੋਏ ਹਨ, ਅਸੀਂ ਚੰਗੇ ਪਾਸੇ ਜਾ ਨਹੀਂ ਸਕਦੇ, ਚੰਗਾ ਕੰਮ ਕਰਦੇ ਨਹੀਂ, ਕਰਨ ਵੀ ਲੱਗੀਏ ਕੋਈ ਰੁਕਾਵਟ ਪੈ ਜਾਂਦੀ ਹੈ, ਕੋਈ ਐਸੀ ਮੁਸ਼ਕਿਲ ਬਣ ਜਾਂਦੀ, ਉਹ ਵਿੱਚੇ ਰਹਿ ਜਾਂਦਾ ਹੈ। ਮਹਾਰਾਜ ਕਿਰਪਾ ਕਰ, ਸਾਨੂੰ ਵੱਧ ਤੋਂ ਵੱਧ ਆਪਣੇ ਨਾਮ ਬਾਣੀ ਦੀ, ਆਪਣੇ ਸ਼ਰਨ ਦੀ, ਆਪਣੀ ਸੰਗਤ ਦੀ ਹਾਜ਼ਰੀ ਭਰਨ ਦੀ ਸਾਨੂੰ ਮਹਾਰਾਜ ਦਾਤ ਬਖਸ਼ਣਾ ਕਰੋ। ਗੁਰੂ ਕੀ ਸਾਧ ਸੰਗਤ ਇਸ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਮਹਾਰਾਜ ਅਗਲੀ ਤੁਕ ਦੇ ਵਿੱਚ ਕਿਰਪਾ ਕਰਦੇ ਹਨ। ਸਤਿ ਹੋਵੇ ਸਾਧ ਸੰਗ ਮਿਣਸੇ ਸਭੇ ਸੋਚ, ਸਤਿ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਸਤਿਗੁਰੂ ਜੀ ਕਥਨ ਕਰਦੇ ਹਨ, ਭਾਈ ਆਰੰਭ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਕਿਸੇ ਨੂੰ ਦੋਸ਼ ਨਹੀਂ ਦੇਣਾ, ਆਪਣੇ ਕਰਮਾਂ ਦਾ ਫਲ ਮਿਲਦਾ ਹੈ। ਹੁਣ ਉਹ ਕਰਮਾਂ ਨੂੰ ਕੱਟਣ ਵਾਸਤੇ ਵੀ ਸਤਿਗੁਰਾਂ ਕਿਰਪਾ ਕਰਕੇ ਜਿਹੜਾ ਹੈ ਚਾਨਣਾ ਬਖਸ਼ਿਆ ਹੈ। ਸਤਿਗੁਰੂ ਜੀ ਕਹਿੰਦੇ ਭਾਈ ਇਹ ਮਹੀਨੇ ਵਿੱਚ ਤੇਰੇ ਕਰਮ ਵੀ ਜਿਹੜੇ ਬਦਲ ਸਕਦੇ ਹਨ, ਪਰ ਕਦੋਂ? ਜਿਨ੍ਹਾਂ ਨੇ ਆਪਣੇ ਮਨ ਨੂੰ, ਸਰੀਰ ਨੂੰ, ਇੰਦਰੀਆਂ ਨੂੰ ਸਾਧਨਾ ਕੀਤਾ ਹੈ। 9 ਦੁਆਰੇ ਸਾਧ ਸਾਧ ਸਦਾਇਆ। ਇਸ ਕਰਕੇ ਕਈ ਕਹਿੰਦੇ ਜੀ ਇਸ ਸਮੇਂ 'ਚ ਨਾ ਕੋਈ ਸੰਤ ਹੈ ਨਾ ਕੋਈ ਸਾਧ ਹੈ। ਜ਼ਰੂਰੀ ਹੈ ਕਿ ਬੜੀ ਪਖੰਡ ਦੀ ਗੱਲ ਚੱਲਦੀ, ਬਣਾਉਟੀ ਬੜਾ ਕੁਝ ਬਣ ਰਿਹਾ ਹੈ, ਪਰ ਜੇ ਅਸਲ ਨਾ ਆਵੇ ਤਾਂ ਸੰਸਾਰ ਬਚ ਨਹੀਂ ਸਕਦਾ। ਚਾਰਨ ਕਰੋ ਸ੍ਰੀ ਵਾਹਿਗੁਰੂ, ਕਿਉਂਕਿ ਗੁਰੂਆਂ ਦਾ ਫਰਮਾਨ ਕਿਵੇਂ ਝੂਠਾ ਹੋਵੇਗਾ। ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਉਹਦੇ ਨਾਮ ਦੇ ਵਾਲੇ ਸਦਾ ਹੀ ਰਹਿੰਦੇ ਹਨ। ਸਤਿਗੁਰਾਂ ਤਾਂ ਹੀ ਕਿਹਾ ਨਾਮ ਰਿਓ ਸਾਧੂ ਰਿਓ, ਰਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੇਂ ਕਿਨ ਜਪਿਓ ਗੁਰਮੰਤ। ਅਸੀਂ ਕਹਿ ਦਿੰਦੇ ਸਾਰੇ ਕਲਯੁਗ ਵਰਤ ਰਿਹਾ ਨਹੀਂ ਪਾਏ। ਇਹ ਜਿਨ੍ਹਾਂ ਨੂੰ ਪਤਾ ਇਸ ਗੱਲ ਦਾ ਉਹ ਲੱਭ ਸਕਦੇ ਹਨ। ਗਾਹਕ ਜਿਹੜੇ ਸੌਦਾ ਖਰੀਦ ਲੈਂਦੇ ਹਨ, ਦੂਜੇ ਜਿਹੜੇ ਹਨ ਉਹ ਭੜਕਦੇ ਹੋਏ ਨਿੰਦਿਆ ਕਰਦੇ ਇਸ ਕਿ ਸਾਡੇ ਵਾਸਤੇ ਖਰੀਦਣ ਵਾਲਾ ਸੌਦਾ ਨਹੀਂ। ਇਸ ਕਰਕੇ ਕਿੰਤੂ ਪਰੰਤੂ ਤਾਂ ਕਰਦੇ ਸਾਡੀ ਦਿਵ ਦ੍ਰਿਸ਼ਟੀ ਨਹੀਂ। ਜਿਨ੍ਹਾਂ ਦੀ ਉਹ ਅੰਦਰਲੀ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ ਉਹ ਤਾਂ ਪੱਤੇ ਪੱਤੇ ਵਿੱਚ ਉਹਦੇ ਦਰਸ਼ਨ ਕਰ ਲੈਂਦੇ ਹਨ। ਇਸ ਕਰਕੇ ਮਹਾਰਾਜ ਜੀ ਕਥਨ ਕਰਦੇ ਹਨ, ਭਾਈ ਜਿਨ੍ਹਾਂ ਐਸੀ ਮਹਾਨ ਸ਼ਕਤੀਆਂ ਦੀ ਸ਼ਰਨ ਤੱਕੀ ਹੈ, ਕਤਕ ਹੋਵੇ ਸਾਧ ਸੰਗ। ਸਾਧ ਕੌਣ ਹੈ? ਸਾਧ ਨਾਮ ਨਿਰਮਲ ਤਾਂ ਕੇ ਕਰਮ, ਜਿਹੜਾ ਕਰਮ ਸ਼ੁਭ ਕਰਦਾ ਹੈ, ਚੰਗਾ ਵਿਹਾਰ ਰੱਖਦਾ ਹੈ, ਝੂਠ ਤੋਂ ਬਚਿਆ ਹੈ, ਝੂਠ ਹੇਰਾ ਫੇਰੀ ਆਦਿਕ ਵਿਕਾਰਾਂ ਤੋਂ ਬਚਿਆ ਹੈ, ਉਹਨੂੰ ਸਾਧ ਨਹੀਂ ਕਹਿਣਾ ਤੇ ਕੀ ਕਵਾਂਗੇ। ਗੁਰੂ ਮਹਾਰਾਜ ਜੀ ਨੇ ਵੇਖੋ ਆਪਣੇ ਸੇਵਕਾਂ ਨੂੰ ਬਖਸ਼ਿਸ਼ ਕੀਤੀ। ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਦੇ ਪ੍ਰਥਾਏ ਸ਼ਬਦ ਉਚਾਰਨ ਕੀਤਾ। ਸੰਤ ਹਮਾਰੀ ਓੜ ਸਤਾਣਾ, ਸੰਤ ਹਮਾਰਾ ਗਹਿਣਾ, ਹਮ ਸੰਤਨ ਕੀ ਰਹਿਣ ਪਿਆਰੇ, ਹਮ ਸੰਤਨ ਕੀ ਸਰਣਾ। ਇਹ ਉਹ ਮਹਾਂਪੁਰਖਾਂ ਦੇ ਪ੍ਰਥਾਏ ਉਚਾਰਿਆ ਹੈ ਜਿਨ੍ਹਾਂ ਨੇ ਆਪਣੇ ਜਿਹੜੇ ਸਰੀਰਾਂ ਨੂੰ ਸਾਧ ਕੇ ਤੇ ਗੁਰੂ ਦਾ ਰੂਪ ਬਣਨਾ ਕੀਤਾ ਹੈ। ਅੱਜ ਵੀ ਸੰਸਾਰ 'ਤੇ ਐਸੀਆਂ ਹਸਤੀਆਂ ਪਰ ਵਿਰਲੀਆਂ ਹਨ ਜਿਹੜੇ ਹਰ ਵੇਲੇ ਗੁਰੂ ਦਾ ਦਰਸ਼ਨ ਕਰਦੇ, ਜ਼ਬਾਨ ਦੇ ਨਾਲ ਉਹਦਾ ਜਸ ਕਰਦੇ, ਕੰਨਾਂ ਦੇ ਨਾਲ ਸੁਣਦੇ ਤੇ ਅੱਖਾਂ ਦੇ ਨਾਲ ਦਰਸ਼ਨ ਕਰਦੇ। ਇਸ ਪ੍ਰਕਾਰ ਫਿਰ ਉਹਨੂੰ ਅਸਲ ਜਿਹੜਾ ਟਿਕਾਣਾ ਪ੍ਰਾਪਤ ਹੋ ਜਾਂਦਾ। ਪਰ ਸਤਿਗੁਰੂ ਜੀ ਕਹਿੰਦੇ ਹਨ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ, ਜਗ ਮੈਂ ਉਤਮ ਕਾਢੀਐ, ਵਿਰਲੇ ਕਈ ਕੇ ਹੈਨ ਵਿਰਲੇ, ਨਾਹੀ ਕਣੇ ਫੈਲ ਫੱਕੜ ਸੰਸਾਰ। ਪਰ ਵਿਰਲਿਆਂ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਜੋ ਚਾਹੇ ਉਹ ਕਰ ਸਕਦੇ, ਪਰ ਉਹ ਆਪਣਾ ਆਪ ਵਿਖਾਉਂਦੇ ਨਹੀਂ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਗੁਰੂ ਅੱਗੇ ਬੇਨਤੀ ਕਰੀਏ, ਆਪੇ ਉਹ ਸਾਰੇ ਕਾਰਜ ਸਵਾਰ ਦਿੰਦਾ ਹੈ ਕਿ ਮਹਾਰਾਜ ਸਾਨੂੰ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚੇਤੇ ਆਵੇ, ਤੇਰੇ ਦਰਸ਼ਨ ਦਿਦਾਰੇ ਹੁੰਦੇ ਰਹਿਣ। ਸੋ ਗੁਰੂ ਕੀ ਸਾਧ ਸੰਗਤ ਮਹਾਰਾਜ ਕਿਰਪਾ ਕਰਨ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨ, ਧਰਮ ਦਾ ਪੰਥ ਦਾ ਵਾਧਾ ਹੋਏ, ਏਕਤਾ ਹੋਏ। ਸਤਿਗੁਰੂ ਜੀ ਆਪਣੇ ਪੰਥ ਦੀ ਸੰਗਤਾਂ ਦੀ ਚੜ੍ਹਦੀ ਕਲਾ ਬਖਸ਼ਣਾ। ਹੁਣ ਗੁਰੂ ਕੀ ਸਾਧ ਸੰਗਤ ਇਹਨੇ ਸਮੇਂ 'ਚ ਇੰਨਾ ਕੁਝ ਕਹਿੰਦਾ ਹੋਇਆ, ਨਿਮਾਣਾ ਨਿਤਾਣਾ ਅਣਜਾਣ ਜੀ ਪਾਪੀ ਆਓ ਜੀ ਤੋਂ ਖਿਮਾ ਦਾ ਜਾਜਕ ਹੈ। ਇਹਨੇ ਸਮੇਂ 'ਚ ਇੰਨਾ ਕੁਝ ਕਹਿੰਦਿਆਂ ਬੇਅੰਤ ਭੁੱਲਾਂ ਹੋਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ, ਔਗਣਾਂ ਨੂੰ ਨਾਚ ਧਾਰਨਾ ਕੇ ਤੋਂ ਸੋਝੀ ਬਖਸ਼ਣੀ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਸਤਿਗੁਰਾਂ ਦੀ ਹਾਜ਼ਰੀ ਭਰੀ, ਗੁਰਬਾਣੀ ਦਾ ਸਤਿਕਾਰ ਕੀਤਾ, ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨਾ।
ਦਰੋ ਕਰੋ ਗੁਰ ਸਿੱਖੀ ਜਨਾਬ ਦੇ ਚਰਨਾਂ ਦਾ ਪ੍ਰੇਮ ਬਖਸ਼ਣਾ, ਭੁੱਲਾ ਚੁੱਕਾਂ ਦੀ ਦੁਬਾਰਾ ਖਿਮਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।